ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੀਤ ਹਰਜੀਤ ਨਰਿੰਦਰ ਸਿੰਘ ਕਪੂਰ ਹੋਰਾਂ ਦਾ ਲੇਖ ਪਰਿਵਾਰ ਲੈ ਕੇ ਹਾਜ਼ਰ ਹਾਂ। ਪਰਿਵਾਰ ਉਹ ਕਮਾਨ ਹੈ ਜਿਸ ਰਾਹੀਂ ਅਸੀਂ ਸੰਸਾਰ ਵਿੱਚ ਤੀਰ ਵਾਂਗ ਸਿੱਧੇ ਜਾਂਦੇ ਹਾਂ। ਜਿਤਨੀ ਸ਼ਕਤੀਸ਼ਾਲੀ ਇਹ ਕਮਾਨ ਹੋਵੇਗੀ, ਉਤਨੀ ਹੀ ਦੂਰ ਤੱਕ ਸਾਡੀ ਪ੍ਰਵਾਜ਼ ਜਾਵੇਗੀ। ਸਾਡੀ ਸ਼ਖਸੀਅਤ ਦਾ ਬਰ ਪਰਿਵਾਰ ਦੀ ਖੱਡ ਉੱਤੇ ਹੀ ਨਿਰਧਾਰਿਤ ਹੁੰਦਾ ਹੈ। ਸਾਡੇ ਮਨ ਦੀ ਚੁਗਾਠ ਸਾਡੇ ਪਰਿਵਾਰ ਵਿੱਚ ਹੀ ਸਿਰਜੀ ਜਾਂਦੀ ਹੈ। ਜਦੋਂ ਕੋਈ ਰੋਗੀ ਅਰੋਗ ਨਾ ਹੋਵੇ, ਜਦੋਂ ਕਿਸੇ ਨੂੰ ਆਪਣੇ ਅੱਧ ਅਧੂਰੇ ਰਹਿ ਜਾਣ ਦਾ ਸੰਤਾਪ ਸਤਾਏ, ਜਦੋਂ ਕੋਈ ਖਿੜਨ ਤੋਂ ਪਹਿਲਾਂ ਹੀ ਮੁਰਝਾ ਜਾਵੇ, ਜਦੋਂ ਕਿਸੇ ਦੇ ਝਗੜੇ ਨਾ ਨਿਬੜਨ ਅਤੇ ਜਦੋਂ ਕਿਸੇ ਦੇ ਕੰਮ ਵਿੱਚ ਬਰਕਤ ਨਾ ਪਵੇ, ਤਾਂ ਇਹਨਾਂ ਸਭਨਾਂ ਦਾ ਕਾਰਨ ਸੰਬੰਧਿਤ ਪਰਿਵਾਰਾਂ ਵਿੱਚੋਂ ਲੱਭਿਆ ਜਾ ਸਕਦਾ ਹੈ। ਜੇ ਪਿਤਾ ਵਾਂਗ ਵਿਹਾਰ ਕਰੇ, ਜੇ ਮਾਂ ਵਾਂਗ ਵਿਚਰੇ, ਜੇ ਧੀ ਵਾਂਗ ਵਿਕਸੇ ਅਤੇ ਜੇ ਪੁੱਤਰ ਵਾਂਗ ਪਰਿਵਾਰ ਚੜ੍ਹਨਾ ਚਾਹੇ, ਤਾਂ ਕੋਈ ਕਾਰਨ ਨਹੀਂ ਕਿ ਪ੍ਰਸੰਨਤਾ ਦਾ ਪ੍ਰਸਾਦ ਅਜਿਹੇ ਪਰਿਵਾਰ ਵਿੱਚ ਨਾ ਵਰਤੇ। ਪਰਿਵਾਰ ਉਹ ਪਾਠਸ਼ਾਲਾ ਹੈ ਜਿੱਥੇ ਅਸੀਂ ਪਿਆਰ ਕਰਨਾ ਅਤੇ ਦੂਜਿਆਂ ਦਾ ਧਿਆਨ ਰੱਖਣ ਦਾ ਪਹਿਲਾ ਅਤੇ ਪੱਕਾ ਸਬਕ ਸਿੱਖਦੇ ਹਾਂ। ਪਰਿਵਾਰ ਵਿੱਚ ਹੀ ਸਾਨੂੰ ਗਿਆਨ ਅਤੇ ਧਿਆਨ ਦੀ ਜਾਗ ਲੱਗਦੀ ਹੈ। ਪਰਿਵਾਰ ਹੀ ਸਾਨੂੰ ਉੱਚਾ ਸੋਚਣਾ ਅਤੇ ਮਿੱਠਾ ਬੋਲਣਾ ਸਿਖਾਉਂਦਾ ਹੈ। ਜਿਨ੍ਹਾਂ ਦੇ ਅੰਗਾਂ ਵਿੱਚ ਤੁਹਾਨੂੰ ਰੌਣਕ ਨਜ਼ਰ ਆਉਂਦੀ ਹੈ, ਉਸ ਰੌਣਕ ਨੂੰ ਸਿੰਜਣ ਦਾ ਕਾਰਜ ਉਹਨਾਂ ਦੇ ਪਰਿਵਾਰ ਕਰ ਰਿਹਾ ਹੁੰਦਾ ਹੈ। ਜੇ ਤੁਹਾਡੇ ਪਰਿਵਾਰ ਵਿੱਚ ਇੱਕ ਦੂਜੇ ਨੂੰ ਮੁਆਫ਼ ਕਰਨ ਦਾ ਉਦਾਰਤਾ ਨਹੀਂ, ਜੇ ਇੱਕ ਦੂਜੇ ਉੱਤੇ ਭਰੋਸਾ ਕਰਨ ਦਾ ਸਲੀਕਾ ਨਹੀਂ, ਜੇ ਇੱਕ ਦੂਜੇ ਦੀਆਂ ਸਮੱਸਿਆਵਾਂ, ਸੀਮਾਵਾਂ ਅਤੇ ਸੰਭਾਵਨਾਵਾਂ ਨੂੰ ਪਛਾਣਨ ਅਤੇ ਪਰਿਵਾਰ ਕਰਨ ਦੀ ਦਲੇਰੀ ਨਹੀਂ, ਤਾਂ ਤੁਸੀਂ ਕਿਸੇ ਪਰਿਵਾਰ ਵਿੱਚ ਨਹੀਂ ਵਿਚਰ ਰਹੇ। ਕਿਸੇ ਹੋਟਲ ਵਿੱਚ ਲੁੱਟੇ ਜਾ ਰਹੇ ਹੋ ਅਤੇ ਕਿਸੇ ਹਸਪਤਾਲ ਵਿੱਚ ਰੋਲੇ ਜਾ ਰਹੇ ਹੋ। ਤੁਹਾਡੀ ਅਮੀਰੀ ਇਸ ਗੱਲ ਵਿੱਚ ਹੈ ਕਿ ਕਿਤਨੇ ਪਰਿਵਾਰ ਤੁਹਾਡੀ ਉਡੀਕ ਕਰ ਰਹੇ ਹਨ ਅਤੇ ਕਿਤਨੇ ਵਿਅਕਤੀ ਤੁਹਾਡੇ ਪਰਿਵਾਰ ਵਿੱਚ ਆਉਣ ਲਈ ਤਾਂਘ ਰਹੇ ਹਨ। ਸਦੀਵੀ ਸੰਬੰਧ ਪਰਿਵਾਰ ਦੇ ਰੂਪ ਵਿੱਚ ਹੀ ਸੰਭਵ ਹੁੰਦੇ ਹਨ, ਜਿੱਥੇ ਹਰ ਕਿਸੇ ਨਾਲ ਵਾਪਰਨ ਵਾਲੀ ਦੁਰਘਟਨਾ ਬਾਕੀ ਸਾਰਿਆਂ ਨੂੰ ਨੇੜਿਓਂ ਪ੍ਰਭਾਵਿਤ ਕਰਦੀ ਹੈ। ਪਰਿਵਾਰ ਦਰਿਆ ਦੇ ਉਹ ਕਿਨਾਰੇ ਹਨ ਜਿਨ੍ਹਾਂ ਵਿੱਚ ਅਸੀਂ ਵਹਿਣਾ ਸਿੱਖਦੇ ਹਾਂ। ਜੇ ਪਰਿਵਾਰ ਦੀ ਟੋਰ ਸਾਂਵੀ ਨਾ ਹੋਵੇ ਤਾਂ ਸਾਡੀ ਦ੍ਰਿਸ਼ਟੀ ਸੰਤੁਲਿਤ ਨਹੀਂ ਹੋ ਸਕਦੀ। ਸਾਡਾ ਪਰਿਵਾਰ ਸਾਨੂੰ ਆਪਣੇ ਆਪ ਨੂੰ ਸਮਝਣ ਦੀ ਜਾਚ ਸਿਖਾਉਂਦਾ ਹੈ ਅਤੇ ਆਪਣੇ ਆਪ ਨੂੰ ਸਮਝ ਕੇ ਅਸੀਂ ਆਪਣੇ ਆਲੇ ਦੁਆਲੇ ਨੂੰ ਕੋਈ ਸੇਧ ਪ੍ਰਦਾਨ ਕਰ ਸਕਦੇ ਹਾਂ। ਅਸੀਂ ਕਿਧਰੇ ਵੀ ਜਾਈਏ, ਸਾਡੇ ਪਰਿਵਾਰ ਦੀ ਆਬਾ ਮਾਣ ਸਤਿਕਾਰ, ਬੇਇੱਜ਼ਤੀ ਅਤੇ ਬਦਨਾਮੀ ਸਾਡੇ ਨਾਲ ਚੱਲਦੀ ਹੈ। ਆਦ ਜੁਗਾਦ ਤੋਂ ਇਵੇਂ ਚੱਲਿਆ ਆ ਰਿਹਾ ਹੈ ਕਿ ਸ਼ਖਸੀਅਤ ਦੀ ਡੂੰਘਾਈ ਪਰਿਵਾਰ ਦੇ ਫੀਤੇ ਨਾਲ ਨਾਪੀ ਜਾ ਸਕਦੀ ਹੈ। ਅਜੋਕੇ ਯੁੱਗ ਵਿੱਚ ਪਰਿਵਾਰ ਦੀ ਹੋਂਦ ਨੂੰ ਖਤਰਾ ਨਿਤ ਦਿਨ ਵੱਧਦਾ ਰਿਹਾ ਹੈ। ਪਹਿਲਾਂ ਅਸੀਂ ਅਜਨਬੀ ਨੂੰ ਪੁੱਛਦੇ ਸੀ, ਤੁਸੀਂ ਕੌਣ ਹੋ? ਪਰ ਅੱਜ ਕੱਲ੍ਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੀ ਕਰਦੇ ਹੋ? ਖੇਤੀਬਾੜੀ ਵਾਲਾ ਜੀਵਨ ਹੀ ਅਜਿਹਾ ਸੀ ਕਿ ਵੱਡੇ ਪਰਿਵਾਰ ਸੰਭਵ ਹੋਏ। ਉਹਨਾਂ ਪਰਿਵਾਰਾਂ ਵਿੱਚ ਨਾ ਕੋਈ ਆਤਮਘਾਤ ਕਰਦਾ ਸੀ ਤੇ ਨਾ ਕੋਈ ਤਲਾਕ ਹੁੰਦਾ ਸੀ, ਨਾ ਕੋਈ ਉਦਾਸ ਹੁੰਦਾ ਸੀ ਤੇ ਨਾ ਕੋਈ ਮਾਯੂਸ ਹੁੰਦਾ ਸੀ। ਅਦਯੋਗਾਂ ਨੇ ਜੀਵਨ ਦੀ ਸੁਰਤਾਲ ਬਦਲ ਦਿੱਤੀ ਹੈ। ਪਿਤਾ ਬਹੁਤਾ ਚਿਰ ਘਰੋਂ ਬਾਹਰ ਰਹਿੰਦਾ ਹੈ। ਮਾਵਾਂ ਕੋਲ ਆਪਣੀਆਂ ਧੀਆਂ ਨੂੰ ਸਿਖਾਉਣ ਲਈ ਕੁਝ ਵੀ ਨਹੀਂ। ਪਰਿਵਾਰ ਵਿੱਚ ਗੁਜ਼ਾਰਿਆ ਜਾਣ ਵਾਲਾ ਸਮਾਂ ਘਟਦਾ ਜਾ ਰਿਹਾ ਹੈ। ਸਾਡਾ ਸਾਰਿਆਂ ਦਾ ਜੀਵਨ ਕੁਝ ਇਸ ਪ੍ਰਕਾਰ ਨਾਲ ਖਿੰਡ ਗਿਆ ਹੈ ਜਿਵੇਂ ਅਸੀਂ ਸਾਰੇ ਕਿਸੇ ਨੂੰ ਲੱਭ ਰਹੇ ਹੋਈਏ। ਖੁਸ਼ਹਾਲੀ ਆਪਣੀ ਕਿਸਮ ਦਾ ਨੁਕਸਾਨ ਕਰਦੀ ਹੈ। ਇਹ ਵਿਛੋੜਦੀ ਹੈ, ਲੋੜਾਂ ਨੂੰ ਅੱਖੋਂ ਪਰੋਖੇ ਕਰਦੀ ਹੈ ਤੇ ਇੱਛਾਵਾਂ ਨੂੰ ਵਧਾਉਂਦੀ ਹੈ। ਕੁਝ ਦੇਣ ਦੀ ਦਲੇਰੀ ਘਟਦੀ ਹੈ, ਕੁਝ ਲੈਣ ਦਾ ਲਾਲਚ ਵੱਧਦਾ ਹੈ। ਰਿਸ਼ਤੇਦਾਰਾਂ ਨਾਲ ਸੰਬੰਧ ਆਪਸ਼ਨਲ ਵਿਸ਼ਾ ਬਣ ਗਏ ਹਨ। ਆਲੇ ਦੁਆਲੇ ਵਸੋਂ ਸੰਘਣੀ ਹੁੰਦੀ ਜਾ ਰਹੀ ਹੈ, ਪਰ ਗੁਆਂਢ ਗੁਆਚਦੇ ਜਾ ਰਹੇ ਹਨ। ਲੋਕ ਖਾਈ ਜਾ ਰਹੇ ਹਨ ਪਰ ਰੱਜਦੇ ਨਹੀਂ। ਪਹਿਲਾਂ ਬੱਚੇ ਸਕੂਲ ਜਾਣ ਤੋਂ ਡਰਦੇ ਸਨ, ਹੁਣ ਘਰ ਆਉਣ ਤੋਂ ਘਬਰਾਉਂਦੇ ਹਨ। ਹੁਣ ਮਾਪੇ ਹੋਣਾ ਮਾਣ ਵਾਲੀ ਗੱਲ ਨਹੀਂ ਰਹੀ, ਇੱਕ ਮੁਸੀਬਤ ਬਣ ਗਈ ਹੈ। ਆਪਣੇ ਅੰਦਰਲੇ ਸੱਖਣੇਪਣ ਨੂੰ ਅਸੀਂ ਆਜ਼ਾਦੀ ਅਤੇ ਆਪਣੇ ਪਾਗਲਪਨ ਨੂੰ ਰੂਹਾਨੀ ਅਨੁਭਵ ਸਮਝਣ ਲੱਗ ਪਏ ਹਾਂ। ਆਰਥਿਕ ਸਫਲਤਾ ਲਈ ਅਸੀਂ ਸੱਚਾਈ, ਇਮਾਨਦਾਰੀ, ਪਿਆਰ, ਮਿਲਵਰਤਨ, ਇਨਸਾਫ ਅਤੇ ਉਦਾਰਤਾ ਨੂੰ ਦਾਅ ਤੇ ਲਾ ਦਿੱਤਾ ਹੈ। ਬਜ਼ੁਰਗ ਬੱਚਿਆਂ ਤੋਂ ਵਿਛੋੜ ਦਿੱਤੇ ਗਏ ਹਨ। ਵਿਆਹ ਉਪਰੰਤ ਅਸੀਂ ਸਾਹ ਘੁੱਟਣ ਤੇ ਤਲਾਕ ਉਪਰੰਤ ਇਕੱਲਤਾ ਤੇ ਉਕਤਾਹਟ ਦੀ ਸ਼ਿਕਾਇਤ ਕਰਦੇ ਹਾਂ। ਅਸੀਂ ਕਿਸੇ ਦੇ ਨੇੜੇ ਹੋਣ ਤੋਂ ਵੀ ਡਰਦੇ ਹਾਂ ਅਤੇ ਵੱਖਰੇ ਹੋਣ ਤੋਂ ਵੀ ਡਰਦੇ ਹਾਂ।
ਕੋਈ ਵੀ ਜਿੱਤ ਨਹੀਂ ਰਿਹਾ, ਅਸੀਂ ਸਾਰੇ ਹਾਰ ਰਹੇ ਹਾਂ। ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ, ਪਰ ਭਾਵੁਕ ਅਤੇ ਮਾਨਸਿਕ ਸਮੱਸਿਆਵਾਂ ਦਾ ਬੋਝ ਵੱਧ ਰਿਹਾ ਹੈ। ਸਾਡੀ ਸਭਨਾਂ ਦੀ ਇਹ ਆਦਤ ਹੈ ਕਿ ਜੇ ਇੱਕ ਡਾਕਟਰ ਮਿਲ ਜਾਵੇ ਤਾਂ ਅਸੀਂ ਸਾਰੇ ਮਰੀਜ਼ ਬਣ ਜਾਂਦੇ ਹਾਂ, ਤੇ ਜੇ ਇੱਕ ਮਰੀਜ਼ ਮਿਲ ਜਾਵੇ ਤਾਂ ਅਸੀਂ ਸਾਰੇ ਡਾਕਟਰ ਬਣ ਜਾਂਦੇ ਹਾਂ। ਅਜਿਹਾ ਹੀ ਵਰਤਾਰਾ ਸਾਡਾ ਸਮਾਜਿਕ ਸਮੱਸਿਆਵਾਂ ਪ੍ਰਤੀ ਹੈ। ਕਈ ਅਜੋਕੀ ਪਰਿਵਾਰਕ ਸਥਿਤੀ ਦਾ ਕਾਰਨ ਆਰਥਿਕ ਕਾਣੀ ਵੰਡ ਦੱਸਣਗੇ ਅਤੇ ਕੋਈ ਦੋਸ਼ਪੂਰਨ ਰਾਜਨੀਤਿਕ ਸਥਿਤੀ। ਸਾਡੀ ਰਾਜਨੀਤਿਕ ਸਥਿਤੀ ਪਰਿਵਾਰਾਂ ਨੂੰ ਨਹੀਂ ਤੋੜ ਰਹੀ, ਸਗੋਂ ਟੁੱਟੇ ਪਰਿਵਾਰ ਅਜਿਹੇ ਰਾਜਨੀਤਿਕ ਆਗੂ ਸਿਰਜ ਰਹੇ ਹਨ ਜਿਨ੍ਹਾਂ ਨੂੰ ਪਾੜਨਾ ਹੀ ਆਉਂਦਾ ਹੈ, ਸਿਉਣਾ ਨਹੀਂ। ਜਿਨ੍ਹਾਂ ਪਰਿਵਾਰਾਂ ਵਿੱਚ ਬਹਿਸ ਬਥੇਰੇ ਹੁੰਦੀ ਹੈ, ਉੱਥੇ ਮਲੂਕ ਤੱਕਣੀ ਨਾਲ ਇੱਕ ਦੂਜੇ ਨੂੰ ਵੇਖਣ ਦੀ ਸੰਭਾਵਨਾਵਾਂ ਉਜਾਗਰ ਨਹੀਂ ਹੁੰਦੀ। ਜਿੱਥੇ ਜਨਮ ਅਤੇ ਮਰਨ ਦੇ ਵਿਚਕਾਰ ਵਾਪਰਨ ਵਾਲੀ ਹਰ ਘਟਨਾ ਨੂੰ ਸੁਣਨ ਅਤੇ ਸੁਣਾਉਣ ਦਾ ਵਕਤ ਨਹੀਂ, ਉੱਥੇ ਘਰ ਜੇਲ੍ਹ ਵਰਗਾ ਜਾਂ ਪਾਗਲਖਾਨੇ ਜਿਹਾ ਹੋ ਨਿਬੜਦਾ ਹੈ। ਜਨਮ, ਬਿਮਾਰੀ, ਵਿਆਹ ਤੇ ਮੌਤ ਪਰਿਵਾਰ ਵਿੱਚ ਵਾਪਰਨ ਵਾਲੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਹਨ। ਇਹਨਾਂ ਦੇ ਵਾਪਰਨ ਉੱਤੇ ਅਸੀਂ ਜਿਹੋ ਜਿਹੇ ਪ੍ਰਸੰਨ ਅਤੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ, ਉਸ ਤੋਂ ਸਾਡੇ ਪਰਿਵਾਰ ਦੀ ਪਹੁੰਚ ਅਤੇ ਸਮਰੱਥਾ ਦਾ ਪਤਾ ਲੱਗਦਾ ਹੈ। ਕੋਈ ਵੀ ਪਰਿਵਾਰ ਇਹਨਾਂ ਘਟਨਾਵਾਂ ਤੋਂ ਮੁਕਤ ਨਹੀਂ ਹੁੰਦਾ, ਪਰ ਇਹਨਾਂ ਦੇ ਸੰਦਰਭ ਵਿੱਚ ਹਰ ਪਰਿਵਾਰ ਦਾ ਵਰਤਾਰਾ ਵੱਖਰੀ ਭਾਂਤ ਦਾ ਹੁੰਦਾ ਹੈ। ਜਿਸ ਪਰਿਵਾਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਨਹੀਂ, ਉੱਥੇ ਬੱਚੇ ਵੀ ਸਾਵੇਂ ਸੰਤੁਲਿਤ ਨਹੀਂ ਹੁੰਦੇ। ਜਿਸ ਪਰਿਵਾਰ ਵਿੱਚ ਆਪਸੀ ਪਿਆਰ ਨਹੀਂ ਹੁੰਦਾ, ਉੱਥੇ ਰੰਗ ਭਾਵੇਂ ਸਾਰਿਆਂ ਦਾ ਗੋਰਾ ਹੋਵੇ ਪਰ ਸੋਹਣਾ ਕੋਈ ਨਹੀਂ ਹੋਵੇਗਾ। ਪਰਿਵਾਰ ਹੀ ਸਾਨੂੰ ਲੜਨ ਦੀ ਜਾਂਚ ਅਤੇ ਸਮਝੌਤੇ ਦਾ ਸਬਕ ਸਿਖਾਉਂਦਾ ਹੈ। ਜਿਹੜੇ ਪਰਿਵਾਰ ਤੋਂ ਵਿਛੜ ਕੇ ਜਿਉਣਾ ਚਾਹੁੰਦੇ ਹਨ, ਉਹਨਾਂ ਦੀ ਹਸਤੀ ਜੰਗਲ ਵਿੱਚ ਡੋਲੀ ਚੀਖ ਵਾਂਗ ਹੁੰਦੀ ਹੈ। ਉਹਨਾਂ ਦੀ ਸਥਿਤੀ ਮਾਰੂਥਲ ਵਿੱਚ ਗੁਆਚੇ ਕਾਫਲੇ ਵਾਂਗ ਹੁੰਦੀ ਹੈ। ਉਹਨਾਂ ਉੱਤੇ ਮਿਹਰਾਂ ਦਾ ਮੀਂਹ ਬੜੇ ਵਰਦੇ ਹਨ, ਪਰ ਉਹਨਾਂ ਦੇ ਮਨ ਦਾ ਬਾਗ ਪਿਆਸੇ ਹੀ ਰਹਿੰਦੇ ਹਨ। ਪਰਿਵਾਰ ਉਹ ਵਾਤਾਵਰਨ ਦਿੰਦਾ ਹੈ ਜਿਸ ਵਿੱਚ ਅਸੀਂ ਨਿਸ਼ਚਿੰਤ ਹੋ ਕੇ ਸੌਂਦੇ ਹਾਂ, ਸਵੇਰੇ ਹੌਲੇ ਫੁੱਲ ਦਿਲ ਨਾਲ ਉੱਠਦੇ ਹਾਂ ਤੇ ਪਿਆਰ ਦਾ ਇੱਕ ਹੋਰ ਦਿਨ ਮਿਲ ਜਾਣ ਲਈ ਸ਼ੁਕਰ ਮਨਾਉਂਦੇ ਹਾਂ। ਤਰਕਾਲਾਂ ਪੈਣ ਉੱਤੇ ਅਸੀਂ ਸ਼ੁਕਰਾਨੇ ਭਰੇ ਦਿਲ ਨਾਲ ਪਰਿਵਾਰ ਵੱਲ ਪਰਤਦੇ ਹਾਂ, ਜਿੱਥੇ ਬੂਹੇ ਵਿੱਚ ਸਾਡੀ ਉਡੀਕ ਖਲੋਤੀ ਹੁੰਦੀ ਹੈ। ਪਰਿਵਾਰ ਪੀ ਕੇ ਗੁਣ ਕੇ ਸਾਡੇ ਵਿੱਚ ਮੁਲਾਇਮੀ ਅਤੇ ਸਫੈਦੀ ਲਿਆਉਂਦਾ ਹੈ। ਪਿਆਰ ਨੂੰ ਪਿਆਰ ਹੀ ਰਜਾਉਂਦਾ ਹੈ ਤੇ ਇਹ ਰੱਜ ਪਰਿਵਾਰ ਵਿੱਚ ਹੀ ਸੰਭਵ ਹੁੰਦਾ ਹੈ। ਸੁਖੀ ਪਰਿਵਾਰਾਂ ਦੀ ਇੱਕ ਪਛਾਣ ਇਹ ਹੁੰਦੀ ਹੈ ਕਿ ਉੱਥੇ ਅਧੂਰੇ ਵਾਕਾਂ ਨਾਲ ਵੀ ਪੂਰੇ ਅਰਥ ਸਮਝੇ ਜਾਂਦੇ ਹਨ। ਦੁਖੀ ਪਰਿਵਾਰ ਉਹ ਹੁੰਦੇ ਹਨ ਜਿੱਥੇ ਸਨੇਹਾਂ ਦਾ ਲੈਣ ਦੇਣ ਸਿੱਧਾ ਅਤੇ ਸੌਖਾ ਅਤੇ ਸੁਖਾਵਾਂ ਨਹੀਂ ਹੁੰਦਾ, ਜਿੱਥੇ ਆਪਣੀ ਗੱਲ ਕਹਿਣ ਵਿੱਚ ਲੋੜ ਨਾਲੋਂ ਵਧੇਰੇ ਸਮਾਂ ਲੱਗਣ ਦੇ ਬਾਵਜੂਦ ਸਮਝਣ ਵਿੱਚ ਭੁਲੇਖਾ ਲੱਗਦਾ ਤੇ ਸਹਿਮਤ ਹੋਣ ਵਿੱਚ ਝਿਜਕ ਹੁੰਦੀ ਹੈ। ਸੰਕਟ ਦੀ ਸਥਿਤੀ ਵਿੱਚ ਹਰ ਪਰਿਵਾਰ ਇੱਕ ਦੂਜੇ ਉੱਤੇ ਦੋਸ਼ ਲੱਗਣੇ ਸੁਭਾਵਿਕ ਹਨ, ਪਰ ਦੋਸ਼ ਲੱਗਣ ਨਾਲ ਸਾਰੀਆਂ ਧਿਰਾਂ ਸੁਚੇਤ ਹੋ ਜਾਂਦੀਆਂ ਹਨ ਤੇ ਸੰਕਟ ਦਾ ਸੰਘਣਾਪਣ ਘਟ ਜਾਂਦਾ ਹੈ। ਕਿਸੇ ਪਰਿਵਾਰ ਵਿੱਚ ਜਿਤਨਾ ਸੁਨੇਹਾਂ ਦਾ ਆਦਾਨ ਪ੍ਰਦਾਨ ਸੁਖਾਵਾਂ ਹੋਵੇਗਾ, ਉਤਨਾ ਹੀ ਸਮੱਸਿਆਵਾਂ ਨੂੰ ਸੁਲਝਾਉਣ ਲਈ ਵਾਤਾਵਰਨ ਉਤਸ਼ਾਹ ਵਾਲਾ ਹੋਵੇਗਾ। ਦੁਖੀ ਪਰਿਵਾਰ ਆਪਣੇ ਲਈ ਹੀ ਨਹੀਂ, ਦੂਜਿਆਂ ਲਈ ਵੀ ਸਮੱਸਿਆਵਾਂ ਉਪਜਾਉਂਦੇ ਹਨ, ਜਦੋਂ ਕਿ ਸੁਖੀ ਪਰਿਵਾਰ ਆਪਣੀਆਂ ਹੀ ਨਹੀਂ, ਦੂਜਿਆਂ ਦੀਆਂ ਸਮੱਸਿਆਵਾਂ ਵੀ ਸੁਲਝਾਉਂਦੇ ਹਨ। ਸੁਖੀ ਪਰਿਵਾਰ ਗਲਤੀਆਂ ਦੇ ਬਾਵਜੂਦ ਵਿਕਾਸ ਕਰਦੇ ਹਨ ਤੇ ਦੁਖੀ ਪਰਿਵਾਰ ਪ੍ਰਾਪਤੀਆਂ ਦੇ ਬਾਵਜੂਦ ਨਿਗਰਦੇ ਹਨ। ਹਰ ਸੁਖੀ ਪਰਿਵਾਰ ਵਿੱਚ ਇੱਕ ਹੀ ਆਗੂ ਹੁੰਦਾ ਹੈ, ਪਰ ਦੁਖੀ ਪਰਿਵਾਰ ਵਿੱਚ ਇੱਕ ਅਜਿਹੀ ਟੀਮ ਹੁੰਦੀ ਹੈ ਜਿੱਥੇ ਹਰ ਕੋਈ ਗੋਲਕੀਪਰ ਵਾਂਗ ਅੜ ਖਲੋਂਦਾ ਹੈ। ਪਰਿਵਾਰ ਵਿੱਚ ਕੋਈ ਵੀ ਤਬਦੀਲੀ ਝਟਪਟ ਨਹੀਂ ਵਾਪਰਦੀ, ਕਿਉਂਕਿ ਝਟਪਟ ਵਾਪਰਨ ਵਾਲੀ ਕੋਈ ਵੀ ਤਬਦੀਲੀ ਹੰਢਣਸਾਰ ਨਹੀਂ ਹੁੰਦੀ। ਚੰਗੇ ਪਰਿਵਾਰ ਵਿੱਚ ਯਤਨ ਕੀਤਾ ਜਾਂਦਾ ਹੈ ਜਿੱਥੇ ਦੂਜਿਆਂ ਵਰਗੇ ਬਣਨ ਦਾ, ਪਰ ਦੂਜਿਆਂ ਨੂੰ ਆਪਣੇ ਵਰਗਾ ਬਣਾਉਣ ਦਾ ਯਤਨ ਨਹੀਂ ਕੀਤਾ ਜਾਂਦਾ। ਚੰਗੇ ਪਰਿਵਾਰਾਂ ਦੇ ਸਾਰੇ ਜੀਅ ਇਕੱਠੇ ਖਲੋਂਦੇ ਹਨ, ਪਰ ਬਹੁਤੀ ਨਾਲ ਵੀ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਦਰਖਤ ਇੱਕ ਦੂਜੇ ਦੀ ਛਾਂ ਹੇਠ ਨਹੀਂ ਵਿਕਸਦੇ। ਚੰਗੇ ਪਰਿਵਾਰਾਂ ਦੇ ਜੀਅ ਆਪਸ ਵਿੱਚ ਇਤਨੀ ਕਵਿੱਥ ਰੱਖ ਲੈਂਦੇ ਹਨ ਕਿ ਖੁੱਲ੍ਹੀਆਂ ਹਵਾਵਾਂ ਉਹਨਾਂ ਦੇ ਵਿਚਕਾਰ ਨੱਚ ਸਕਣ। ਇਹਨਾਂ ਪਰਿਵਾਰਾਂ ਦੀਆਂ ਮਾਵਾਂ ਕਾਮਨਾਵਾਂ ਵਾਂਗ ਹੁੰਦੀਆਂ ਹਨ। ਇਹਨਾਂ ਪਰਿਵਾਰਾਂ ਦੀਆਂ ਮਾਵਾਂ ਕਮਾਨਾਂ ਵਾਂਗ ਹੁੰਦੀਆਂ ਹਨ, ਜਿਹੜੀਆਂ ਆਪ ਅਹਿਲ ਰਹਿੰਦੀਆਂ ਹਨ ਤਾਂ ਕਿ ਉਹਨਾਂ ਦੀ ਸੰਤਾਨ ਜ਼ਿੰਦਗੀ ਦਾ ਜਸ਼ਨ ਮਨਾ ਸਕੇ। ਉੱਥੇ ਪਿਤਾ ਕਮਾਨ ਵਾਂਗ ਝੁਕ ਜਾਂਦੇ ਹਨ, ਮੁੜ ਜਾਂਦੇ ਹਨ ਤਾਂ ਕਿ ਉਹਨਾਂ ਦੇ ਧੀਆਂ ਪੁੱਤਰ ਸਿੱਧੇ ਜਾ ਸਕਣ। ਚੰਗੇ ਪਰਿਵਾਰ ਮਿਹਨਤ ਨਾਲ ਅਮੀਰ ਅਤੇ ਖੁਸ਼ਹਾਲ ਹੁੰਦੇ ਹਨ। ਉਹਨਾਂ ਨੂੰ ਸੌਖੀਆਂ ਜਿੱਤਾਂ ਦੀ ਆਦਤ ਨਹੀਂ ਹੁੰਦੀ। ਉਹਨਾਂ ਲਈ ਵਿਹਲੇ ਰਹਿਣਾ ਬਹਾਰਾਂ ਤੋਂ ਮੁਨਕਰ ਹੋਣ ਵਾਂਗ ਹੁੰਦਾ ਹੈ।
ਉਹਨਾਂ ਵਿੱਚ ਮਿਹਨਤ ਦੇ ਰਾਹ ਪੈ ਕੇ ਜੀਵਨ ਨੂੰ ਲੱਭਣ ਦੀ ਤਾਂਘ ਹੁੰਦੀ ਹੈ ਤਾਂ ਕਿ ਉਹ ਜੀਵਨ ਦੇ ਧੁਰ ਅੰਦਰਲੇ ਭੇਦ ਨਾਲ ਇੱਕਮਿਕ ਹੋ ਸਕਣ। ਕਿਸੇ ਪਰਿਵਾਰ ਦੀ ਅੰਦਰਲੀ ਸ਼ਕਤੀ ਇਸ ਗੱਲ ਤੋਂ ਨਾਪੀ ਜਾ ਸਕਦੀ ਹੈ ਕਿ ਉਸ ਵਿੱਚ ਆਪਣੇ ਕਿਸੇ ਮਿੱਤਰ ਪਿਆਰੇ ਦੀ ਮੌਤ ਨੂੰ ਕਿਵੇਂ ਸਵੀਕਾਰ ਕੀਤਾ ਜਾਂਦਾ ਹੈ। ਜਦੋਂ ਕੋਈ ਸਾਡਾ ਆਪਣਾ ਮਰਦਾ ਹੈ ਤਾਂ ਅਸੀਂ ਸਾਰੇ ਜੀਵਨ ਤੋਂ ਇੱਕ ਵਿੱਥ ਉੱਤੇ ਵਿਚਰਨ ਲੱਗ ਪੈਂਦੇ ਹਾਂ, ਜਿਵੇਂ ਉਸ ਨੂੰ ਨਾ ਬਚਾ ਸਕਣ ਦਾ ਆਪਣੇ ਆਪ ਨਾਲ ਸੋਗ ਕਰ ਰਹੇ ਹੋਈਏ। ਅਸੀਂ ਅਕਸਰ ਉਹਨਾਂ ਸੰਬੰਧਾਂ ਨੂੰ ਯਾਦ ਕਰਕੇ ਰੋਂਦੇ ਹਾਂ ਜਿਨ੍ਹਾਂ ਨਾਲ ਅਸੀਂ ਆਪਣੇ ਆਪ ਨੂੰ ਜਿਉਂਦਿਆਂ ਵਿੱਚ ਗਿਣਦੇ ਸਾਂ। ਅਸੀਂ ਇਹ ਜਾਣ ਕੇ ਵਿਰਲਾਪ ਕਰਦੇ ਹਾਂ ਕਿ ਜੋ ਉਸ ਤੋਂ ਮਿਲਦਾ ਸੀ ਉਹ ਕੇਵਲ ਉਸ ਤੋਂ ਹੀ ਮਿਲ ਸਕਦਾ ਸੀ। ਕਈ ਵਾਰੀ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਉਸ ਤੋਂ ਕੀ ਮਿਲਦਾ ਸੀ। ਪਤਾ ਨਹੀਂ ਇਉਂ ਕਿਉਂ ਵਾਪਰਦਾ ਹੈ ਕਿ ਜਦੋਂ ਸਾਡੀ ਮਾਂ ਮਰਦੀ ਹੈ ਤਾਂ ਸਾਨੂੰ ਆਪਣੇ ਬਚਪਨ ਯਾਦ ਆਉਂਦਾ ਹੈ, ਜਦੋਂ ਸਾਡਾ ਪਿਓ ਮਰਦਾ ਹੈ ਤਾਂ ਅਸੀਂ ਆਪਣੇ ਪੁੱਤਰ ਵੱਲ ਵੇਖਦੇ ਹਾਂ। ਮਾਪਿਆਂ ਨੂੰ ਤੁਹਾਡੇ ਕਿਸੇ ਤੋਹਫੇ ਦੀ ਲੋੜ ਨਹੀਂ ਹੁੰਦੀ। ਉਹਨਾਂ ਵੱਲੋਂ ਦਿੱਤੇ ਜੀਵਨ ਨਾਲੋਂ ਵੱਡਾ ਤੋਹਫਾ ਕੀ ਹੋ ਸਕਦਾ ਹੈ। ਪਰ ਜੇ ਤੁਸੀਂ ਕੁਝ ਦੇਣਾ ਹੀ ਚਾਹੁੰਦੇ ਹੋ, ਉਹਨਾਂ ਨੂੰ ਆਪਣੇ ਪਰਿਵਾਰ ਵਿੱਚ ਭਰਪੂਰ ਢੰਗ ਨਾਲ ਮਰਨ ਦਾ ਅਵਸਰ ਦਿਓ। ਅਜਿਹਾ ਅਵਸਰ ਜਿਸ ਉਪਰੰਤ ਉਹਨਾਂ ਦੀ ਆਤਮਾ ਲਈ ਸ਼ਾਂਤੀ ਦੀ ਅਰਦਾਸ ਕਰਨ ਦੀ ਲੋੜ ਨਾ ਪਵੇ। ਜਿਹੜੇ ਆਪਣੇ ਮਾਪਿਆਂ ਦਾ ਨਾਂ ਸੱਚੇ ਮਾਣ ਨਾਲ ਲੈਂਦੇ ਹਨ, ਉਹ ਭਾਵੇਂ ਦੁਨੀਆ ਦੀਆਂ ਨਜ਼ਰਾਂ ਵਿੱਚ ਗਰੀਬ ਹੋਣ, ਉਹਨਾਂ ਦਾ ਰਾਹ ਭਾਵੇਂ ਟੋਇਆਂ ਟਿੱਬਿਆਂ ਵਾਲਾ ਹੀ ਹੋਵੇ, ਉਹਨਾਂ ਦੇ ਸਿਰ ਉੱਤੇ ਭਾਵੇਂ ਛਾਂ ਪਤਲੀ ਹੀ ਹੋਵੇ, ਉਹ ਦੁਨੀਆ ਨੂੰ ਕੁਝ ਦਿੰਦੇ ਹਨ ਅਤੇ ਬਦਲੇ ਵਿੱਚ ਕੁਝ ਲੈਣ ਦੀ ਮਜਬੂਰੀ ਤੋਂ ਬਚੇ ਰਹਿੰਦੇ ਹਨ। ਸਾਡਾ ਵਿਹਾਰ ਨਿਰਧਾਰਿਤ ਕਰਨ ਵਿੱਚ ਪਰਿਵਾਰ ਨੂੰ ਬੜਾ ਲੰਬਾ ਅਰਸਾ ਲੱਗਦਾ ਹੈ। ਇਸੇ ਲਈ ਤਰਕ ਜਾਂ ਨਸੀਹਤ ਦਾ ਝਟਪਟ ਕੋਈ ਅਸਰ ਨਹੀਂ ਹੁੰਦਾ। ਵੇਖਿਆ ਗਿਆ ਹੈ ਕਿ ਹਰ ਪਰਿਵਾਰ ਵਿੱਚ ਕੋਈ ਨਾ ਕੋਈ ਅਜਿਹਾ ਵਿਅਕਤੀ ਹੁੰਦਾ ਹੈ ਜਿਹੜਾ ਹਾਰਮੋਨੀਅਮ ਨੂੰ ਤਬਲੇ ਵਾਂਗ ਵਜਾਉਣ ਦੀ ਜਿੱਦ ਕਰਦਾ ਹੈ। ਅਜਿਹੇ ਵਿਅਕਤੀ ਦੂਜਿਆਂ ਨੂੰ ਗਾਲਾਂ ਦੇ ਕੇ ਆਪਣੇ ਸਾਊ ਹੋਣ ਦਾ ਪ੍ਰਮਾਣ ਦੇਣਾ ਚਾਹੁੰਦੇ ਹਨ। ਗਾਲਾਂ ਦਾ ਉਦੇਸ਼ ਵੀ ਦੂਜਿਆਂ ਨੂੰ ਦੁਖੀ ਕਰਕੇ ਈਨ ਮਨਾਉਣਾ ਹੁੰਦਾ ਹੈ। ਅਜਿਹੇ ਵਿਅਕਤੀਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਦੂਜਿਆਂ ਨਾਲ ਨਿਮਰਤਾ ਨਾਲ ਪੇਸ਼ ਨਹੀਂ ਆ ਸਕਦੇ ਤਾਂ ਦੂਜਿਆਂ ਤੋਂ ਜਿਸ ਸਤਿਕਾਰ ਦੀ ਉਹਨਾਂ ਨੂੰ ਤਾਂਘ ਹੈ, ਉਸ ਦੇ ਉਹ ਯੋਗ ਨਹੀਂ। ਸ਼ਾਇਦ ਉਹ ਨਹੀਂ ਜਾਣਦੇ ਕਿ ਗਾਲਾਂ ਨਾਲ ਕੋਈ ਵਿਕਾਸ ਸੰਭਵ ਨਹੀਂ ਹੋਇਆ। ਚੰਗੇ ਪਰਿਵਾਰਾਂ ਵਿੱਚ ਦੁੱਖ, ਹਾਰ, ਵਿਛੋੜਾ ਆਦਿ ਚੁੱਪ ਚਪੀਤੇ ਸਹਿਣ ਦੀ ਆਦਤ ਹੁੰਦੀ ਹੈ। ਇਹੀ ਕਾਰਨ ਹੈ ਕਿ ਚੰਗੇ ਪਰਿਵਾਰ ਭਾਵਕ ਪੱਖੋਂ ਵਧੇਰੇ ਟਿਕਾਊ, ਦ੍ਰਿੜਤਾ, ਸਿਦਕ ਅਤੇ ਸਿਰੜ ਦਾ ਪ੍ਰਮਾਣ ਦਿੰਦੇ ਹਨ। ਅਜਿਹੇ ਪਰਿਵਾਰਾਂ ਦੇ ਜੀਆਂ ਵਿੱਚ ਹਰ ਥਾਂ ਹਾਜ਼ਰ ਹੋਣ ਦੀ ਕਾਹਲੀ ਨਹੀਂ ਹੁੰਦੀ। ਅੰਤਲੇ ਰੂਪ ਵਿੱਚ ਚੰਗਾ ਪਰਿਵਾਰ ਉਹ ਹੁੰਦਾ ਹੈ ਜਿਸ ਨਾਲ ਨਾਰਾਜ਼ ਨਾ ਹੋਇਆ ਜਾ ਸਕੇ, ਕਿਉਂਕਿ ਅਜਿਹੇ ਪਰਿਵਾਰਾਂ ਕੋਲ ਦੇਣ ਲਈ ਭਾਵੇਂ ਹੁੰਦਾ ਤਾਂ ਥੋੜ੍ਹਾ ਕੁ ਹੀ ਹੈ, ਪਰ ਉਹ ਸਾਰਾ ਕੁਝ ਦੇ ਛੱਡਦੇ ਹਨ। ਜਿਨ੍ਹਾਂ ਨੇ ਆਪਣੇ ਪਰਿਵਾਰਾਂ ਨੂੰ ਵੇਦਾਵੇ ਦਿੱਤੇ ਹੋਏ ਹਨ, ਜਿੱਥੇ ਮਾਵਾਂ ਆਪਣੀ ਸੰਤਾਨ ਤੋਂ ਦੂਰ ਰਹਿਣ ਲਈ ਮਜਬੂਰ ਕੀਤੀਆਂ ਜਾ ਰਹੀਆਂ ਹਨ, ਉੱਥੇ ਰਿਸ਼ਤਿਆਂ ਵਿੱਚ ਨਿੱਘ ਨਹੀਂ। ਇਹ ਹੈਰਾਨੀ ਦੀ ਗੱਲ ਨਹੀਂ ਕਿ ਸਾਡੇ ਦੇਸ਼ ਵਿੱਚ ਬਹੁਤੇ ਆਤਮਘਾਤ ਦੀਵਾਲੀ ਦੇ ਨੇੜੇ ਤੇੜੇ ਵਾਪਰਦੇ ਹਨ। ਜਿਹੜੇ ਆਤਮਘਾਤ ਨਹੀਂ ਕਰਦੇ ਉਹ ਆਪਣੇ ਆਪ ਨਾਲ ਖੈਸਰ ਕੇ ਜਿਉਂਦੇ ਮਰਦੇ ਹਨ ਅਤੇ ਥੱਕੀ ਹੋਈ ਭੁੱਖ ਨਾਲ ਟੁੱਟਿਆ ਹੋਇਆ ਦੀਵਾ ਤਾਂ ਜਗਾ ਲੈਂਦੇ ਹਨ, ਪਰ ਦੀਵਾ ਟਿਕਾਉਣ ਲਈ ਇਹਨਾਂ ਦੀ ਸ਼ਖਸੀਅਤ ਦਾ ਨਾ ਕੋਈ ਬੂਹਾ ਹੁੰਦਾ ਹੈ, ਨਾ ਹੀ ਕੋਈ ਬਾਰੀ ਅਤੇ ਨਾ ਕੋਈ ਬਨੇਰਾ। ਅਜਿਹੇ ਵਿਅਕਤੀਆਂ ਨੂੰ ਆਪਣੇ ਪ੍ਰਵਾਨ ਹੋਣ ਦਾ ਅਹਿਸਾਸ ਨਹੀਂ ਹੁੰਦਾ। ਆਖਰ ਅਸੀਂ ਪ੍ਰਵਾਨ ਤਾਂ ਆਪਣੇ ਪਰਿਵਾਰ ਵਿੱਚ ਹੀ ਹੋਣਾ ਹੁੰਦਾ ਹੈ। ਧੰਨਵਾਦ ਦੋਸਤੋ। ਲੇਖ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ, ਇਸ ਬਾਰੇ ਆਪਣੀ ਪ੍ਰਤੀਕਿਰਿਆ ਜ਼ਰੂਰ ਦਿਓ। ਸਤਿ ਸ਼੍ਰੀ ਅਕਾਲ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ, ਤੁਹਾਡੇ ਲਈ।